ਸਿੱਖ ਜਗਤ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਉਤਸਵ 19 ਨਵੰਬਰ ਨੂੰ ਮਨਾ ਰਿਹਾ ਹੈ। ਗਲੋਬਲ ਸਿੱਖ ਕਾਉਂਸਲ ਦੀ ਤਰਫੋਂ ਅਤੇ ਉਹਨਾਂ 30 ਦੇਸ਼ਾਂ ਦੀ ਤਰਫੋਂ ਜੋ ਗਲੋਬਲ ਸਿੱਖ ਕਾਉਂਸਲ ਦੇ ਮੈਂਬਰ ਹਨ, ਮੈਂ ਵਿਸ਼ਵ ਭਰ ਦੇ ਸਿੱਖਾਂ ਨੂੰ ਮੁਬਾਰਕਾਂ ਅਤੇ ਵਧਾਈਆਂ ਪੇਸ਼ ਕਰਦਾ ਹਾਂ। ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸਿੱਖਾਂ ਲਈ ਖਾਸ ਕਰਕੇ ਅਤੇ ਮਨੁੱਖਤਾ ਲਈ ਆਮ ਕਰਕੇ ਸਰਬ ਉੱਤਮ ਮਹੱਤਤਾ ਰੱਖਦਾ ਹੈ, ਜਿਸ ਦਾ ਕਾਰਨ ਇਹ ਹੈ ਕਿ ਗੁਰੂ ਨਾਨਕ ਦਾ ਪ੍ਰਕਾਸ਼ ਸਾਡੀ ਵਿਹਾਰਕ ਰੂਹਾਨੀਅਤ ਦਾ ਪ੍ਰਕਾਸ਼ ਹੈ। ਗੁਰੂ ਨਾਨਕ ਦਾ ਆਗਮਨ ਹੀ ਸਿੱਖੀ ਦਾ ਆਗਮਨ ਹੈ। ਨਿਰੰਕਾਰੀ ਗੁਰਪੁਰਬ ਸਿੱਖ ਜਗਤ ਲਈ ਮਹਾਨ ਪੁਰਬ ਹੈ। ਕਾਰਨ ਗੁਰੂ ਨਾਨਕ ਪਾਤਸ਼ਾਹ ਦਾ ਆਵਣਾ ਸਾਡੇ ਲਈ ਇੱਕ ਰੱਬੀ ਦਾਤ ਦਾ ਹਾਸਲ ਕਰਨਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸਾਡੀ ਝੋਲੀ ਉਹ ਰੂਹਾਨੀਅਤ ਦੀ ਦਾਤ ਪਾਈ ਜਿਸ ਨੂੰ ਅਸੀਂ ਗੁਰਮਤ ਕਹਿੰਦੇ ਹਾਂ। ਗੁਰੂ ਨਾਨਕ ਨੇ ਮਨੁੱਖਤਾ ਨੂੰ ਉਹ ਰੱਬੀ ਪੈਗਾਮ ਬਖਸ਼ਿਆ ਜਿਸ ਨੂੰ ਅਸੀਂ ਗੁਰੂ ਬਾਣੀ ਕਹਿ ਕੇ ਸਤਿਕਾਰਦੇ ਹਾਂ। ਸੰਸਾਰ ਭਰ ਦੇ ਸਿੱਖ ਇਸ ਗੁਰਪੁਰਬ ਵਾਲੇ ਦਿਨ ਸਥਾਨਕ ਗੁਰਦੁਆਰਿਆਂ ਵਿੱਚ ਇਕੱਤਰ ਹੋ ਕੇ ਇਸ ਗੱਲ ਦਾ ਪ੍ਰਗਟਾਵਾ ਕਰਨਗੇ ਕਿ ਗੁਰੂ ਨਾਨਕ ਮਨੁੱਖਤਾ ਲਈ ਇੱਕ ਬਹੁਮੁੱਲੀ ਅਤੇ ਕੀਮਤੀ ਰੱਬੀ ਦਾਤ ਹੈ। ਇਕੱਤਰ ਹੋਏ ਸਿੱਖ ਸੰਗਤ ਦੇ ਰੂਪ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਪੈਗਾਮ ਵਿਚਲੇ ਕੁਝ ਸਿਰ ਕੱਢ ਪਹਿਲੂਆਂ ਦੀ ਵਿਚਾਰ ਵਿੱਚ ਜੁੜਨਗੇ, ਜੈਸੇ ਕਿ ਮਨੁੱਖਤਾ ਦੇ ਸਾਂਝੀਵਾਲਤਾ ਦਾ ਉਪਦੇਸ਼, ਮਨੁੱਖ ਦੀ ਸੁਰਤ ਨੂੰ ਰੂਹਾਨੀ ਬੁਲੰਦੀਆਂ 'ਤੇ ਪਹੁੰਚਾਉਣ ਦਾ ਪੈਗਾਮ ਅਤੇ ਦੁਨੀਆ ਵਿੱਚ ਪਿਆਰ, ਸਤਿਕਾਰ ਅਤੇ ਜ਼ਿੰਮੇਵਾਰੀ ਨਾਲ ਜੀਵਨ ਨੂੰ ਬਤੀਤ ਕਰਨ ਦਾ ਆਦੇਸ਼। ਗੁਰੂ ਨਾਨਕ ਪਾਤਸ਼ਾਹ ਦੇ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਵੀ ਸਿੱਖ ਲੱਖਾਂ ਦੀ ਤਾਦਾਦ ਵਿੱਚ ਗੁਰੂ ਸਾਹਿਬਾਨ ਦਾ 552ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਇਕੱਠੇ ਹੋਣਗੇ। ਲੇਕਿਨ ਇਸ ਪ੍ਰਕਾਸ਼ ਦਿਹਾੜੇ ਦੇ ਖੇੜੇ, ਵਿਕਾਸ ਅਤੇ ਖੁਸ਼ੀਆਂ ਦੇ ਪਿੱਛੇ ਇੱਕ ਦੁਖਦਾਈ ਹਕੀਕਤ ਹੈ। ਇੱਕ ਕੋਰਾ ਪਰ ਮਨ ਨੂੰ ਬੇਚੈਨ ਕਰਨ ਵਾਲਾ ਸੱਚ ਹੈ। ਉਹ ਇਹ ਕਿ ਸਿੱਖ ਜਗਤ ਗੁਰੂ ਨਾਨਕ ਦੇ ਅਸਲੀ ਤੇ ਹਕੀਕੀ ਪ੍ਰਕਾਸ਼ ਦਿਨ ਤੋਂ ਅਣਜਾਣ, ਅਵੇਸਲਾ ਅਤੇ ਬੇਪਰਵਾਹ ਹੈ। ਇਹ ਹਕੀਕਤ ਦੁਖਦਾਈ ਇਸ ਕਰਕੇ ਹੈ ਕਿ ਜੋ ਪੁਰਬ ਸਿੱਖ ਜਗਤ ਲਈ ਸਰਬ ਉੱਤਮ ਤੇ ਮਹਾਨਤਾ ਵਾਲਾ ਹੈ, ਅਸੀਂ ਇਸ ਪੁਰਬ ਦੀ ਤਾਰੀਖ ਹੀ ਗਲਤ ਮੁਕਰਰ ਕਰੀ ਬੈਠੇ ਹਾਂ। ਅਸੀਂ ਇਸ ਮਹਾਨ ਗੁਰਪੁਰਬ ਦੀ ਅਸਲੀ ਤਾਰੀਖ ਹੀ ਭੁਲੇਖੇ ਅਤੇ ਭਰਮ ਵਿੱਚ ਉਲਝਾ ਦਿੱਤੇ ਗਏ ਹਾਂ। ਪਿਆਰਿਓ, ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ 1 ਵਿਸਾਖ 1469 ਦਾ ਹੈ। 1469 ਦੀ ਵਿਸਾਖੀ ਵਾਲੇ ਦਿਨ ਦਾ ਹੈ। ਵਿਸਾਖੀ 1469 ਤੋਂ ਸਿੱਖੀ ਦਾ ਪੈਂਡਾ, ਸਿੱਖੀ ਦਾ ਰਸਤਾ, ਸਿੱਖੀ ਦਾ ਮਾਰਗ ਸ਼ੁਰੂ ਹੁੰਦਾ ਹੈ, ਜੋ ਵਿਸਾਖੀ 1699 ਨੂੰ ਗੁਰੂ ਨਾਨਕ ਦੇ 10ਵੇਂ ਰੂਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਮੁਕੰਮਲ ਕੀਤਾ। ਭਾਈ ਗੁਰਦਾਸ ਜੀ ਨੇ ਇਸ ਹਕੀਕਤ ਦੀ ਸਪਸ਼ਟੀ ਆਪਣੀ ਰਚਨਾ ਵਿੱਚ ਕੀਤੀ ਹੈ। ਭਾਈ ਜੀ ਪਹਿਲੀ ਵਾਰ ਦੀ 27ਵੀਂ ਪੌੜੀ ਵਿੱਚ ਗੁਰੂ ਨਾਨਕ ਦੇ ਪ੍ਰਕਾਸ਼ ਬਾਰੇ ਲਿਖਦੇ ਹਨ। ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ, ਅੰਧੇਰ ਪਲੋਆ। ਅਗਲੇ ਪਦ ਵਿੱਚ ਭਾਈ ਜੀ ਲਿਖਦੇ ਹਨ, ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਿਸੋਵਾ। ਵਿਸੋਵਾ ਦਾ ਭਾਵ ਹੈ ਵਿਸਾਖੀ। ਵਿਸੋਵਾ ਦਾ ਭਾਵ ਹੈ ਵਿਸਾਖ ਦੇ ਮਹੀਨੇ ਦਾ ਪਹਿਲਾ ਦਿਨ। ਭਾਈ ਕਾਨ੍ਹ ਸਿੰਘ ਜੀ ਨਾਭਾ ਆਪਣੇ ਮਹਾਨ ਕੋਸ਼ ਵਿੱਚ ਵਿਸੋਵਾ ਦੇ ਅਰਥ ਕੀਤੇ ਨਾ ਵਿਸਾਖ ਦੀ ਸੰਗਰਾਂਦ। ਗੁਰੂ ਨਾਨਕ ਪਾਤਸ਼ਾਹ ਦੇ ਵਿਸਾਖ ਦੇ ਜਨਮ ਦਾ ਪ੍ਰਗਟਾਵਾ ਸਿਰਫ ਭਾਈ ਗੁਰਦਾਸ ਜੀ ਨੇ ਹੀ ਨਹੀਂ ਕੀਤਾ, ਜਨਮ ਸਾਖੀਆਂ ਨੇ ਵੀ ਇਹ ਹਕੀਕਤ ਸਥਾਪਿਤ ਕੀਤੀ ਹੈ। ਮਿਹਰਬਾਨ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ, 2040 ਜਨਮ ਸਾਖੀ, ਪੁਰਾਤਨ ਜਨਮ ਸਾਖੀ ਅਤੇ ਪੱਥਰ ਦੇ ਛਾਪੇ ਵਾਲੀ ਜਨਮ ਸਾਖੀ, ਇਹਨਾਂ ਸਾਰੀਆਂ ਜਨਮ ਸਾਖੀਆਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਦਾ ਜਨਮ ਵਿਸਾਖ ਦਾ ਹੈ। ਸਿੱਖ ਕੌਮ ਦੀਆਂ 6 ਬੁਨਿਆਦੀ ਜਾਂ ਮੁੱਢਲੀਆਂ ਜਨਮ ਸਾਖੀਆਂ ਹਨ। 6 ਵਿੱਚੋਂ 5 ਇਹ ਕਹਿ ਰਹੀਆਂ ਨੇ ਕਿ ਜਨਮ ਵਿਸਾਖ ਦਾ ਹੈ। ਸਿਰਫ ਇੱਕ
ਬਾਲੇ ਵਾਲੀ ਜਨਮ ਸਾਖੀ ਪਾਤਸ਼ਾਹ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਵਾਲਾ ਦਰਸਾ ਰਹੀ ਹੈ। 7 ਸਿਰ ਕੱਢ ਇਤਿਹਾਸਕਾਰ ਆਪਣੀ ਖੋਜ ਦੇ ਆਸਰੇ ਤੇ ਇਹ ਕਹਿ ਰਹੇ ਨੇ ਕਿ ਪਾਤਸ਼ਾਹ ਦਾ ਜਨਮ ਵਿਸਾਖ ਦਾ ਹੈ। ਸਰਦਾਰ ਕਰਮ ਸਿੰਘ ਹਿਸਟੋਰੀਅਨ, ਭਾਈ ਕਾਨ ਸਿੰਘ ਜੀ ਨਾਭਾ, ਡਾਕਟਰ ਗੰਡਾ ਸਿੰਘ, ਪ੍ਰਿੰਸੀਪਲ ਸਤਬੀਰ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਡਾਕਟਰ ਹਰੀ ਰਾਮ ਗੁਪਤਾ ਅਤੇ MA ਮੁਕਾਲਫ, ਇਹ ਸਾਰੇ ਇਤਿਹਾਸਕਾਰ ਇਸ ਗੱਲ 'ਤੇ ਇੱਕ ਰਾਏ ਹਨ ਕਿ ਜਨਮ ਵਿਸਾਖ ਦਾ ਹੈ। ਪਿਆਰਿਓ, ਇਹ ਸਾਰਾ ਕੁਝ ਸੁਣ ਕੇ ਤੁਹਾਡੇ ਮਨਾਂ ਵਿੱਚ ਬੇਅੰਤ ਸਵਾਲ ਪੈਦਾ ਹੋਏ ਹੋਣਗੇ, ਜੈਸਾ ਕਿ ਇਹ ਸਵਾਲ ਕਿ ਇੰਨੀ ਉੱਤਮ ਅਤੇ ਬੁਨਿਆਦੀ ਤਾਰੀਖ ਬਾਰੇ ਐਡਾ ਵੱਡਾ ਭੁਲੇਖਾ ਕਿਸ ਤਰ੍ਹਾਂ ਪੈ ਗਿਆ, ਜਾਂ ਫਿਰ ਇਹ ਸਵਾਲ ਕਿ ਇਸ ਗਲਤੀ ਨੂੰ ਦਰੁਸਤ ਕਰਨਾ ਕੀ ਸਾਡੀਆਂ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਦੀ ਜ਼ਿੰਮੇਵਾਰੀ ਨਹੀਂ? ਫਿਰ ਆਮ ਸਿੱਖ ਜਗਤ, ਸਧਾਰਨ ਸਿੱਖ ਸੰਗਤਾਂ ਦੇ ਧਿਆਨ ਗੋਚਰੇ ਕਿਉਂ ਲਿਆਉਣੀ ਪਈ? ਜਾਂ ਫਿਰ ਅਜਿਹਾ ਸਵਾਲ ਕਿ ਮੈਂ ਸਿੱਖ ਹੋਣ ਦੇ ਨਾਤੇ ਵਿਅਕਤੀਗਤ ਤੌਰ 'ਤੇ ਇਸ ਬਾਰੇ ਕੀ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ? ਹੋਰ ਵੀ ਕਈ ਸਵਾਲ ਹੋਣਗੇ। ਸੰਸਥਾਵਾਂ ਦੇ ਸੰਬੰਧ ਵਿੱਚ ਜੋ ਸਵਾਲ ਹੈ ਉਸ ਦਾ ਦਰਅਸਲ ਜਵਾਬ ਬਸ ਇੰਨਾ ਹੀ ਹੈ ਕਿ ਸਾਡੀਆਂ ਸੰਸਥਾਵਾਂ ਵਿੱਚ ਇਸ ਗਲਤੀ ਨੂੰ ਸੋਧਣ ਦੀ ਨਾ ਹਿੰਮਤ ਹੈ, ਨਾ ਦਿਲਚਸਪੀ ਅਤੇ ਨਾ ਜ਼ਿੰਮੇਵਾਰੀ। ਦੇਖਣ ਵਿੱਚ ਤੇ ਇਹੀ ਆਇਆ ਕਿ ਗੁਰੂ ਨਾਨਕ ਦੇ ਜਨਮ ਤਰੀਕ ਦਾ ਭੁਲੇਖਾ ਭਾਵੇਂ ਸਿੱਖ ਜਗਤ ਲਈ ਕਿੰਨਾ ਵੀ ਸ਼ਰਮਨਾਕ ਜਾਂ ਹੈਰਾਨੀਜਨਕ ਕਿਉਂ ਨਾ ਹੋਵੇ, ਪਰ ਇਹ ਮਸਲਾ ਸਾਡੀਆਂ ਸੰਸਥਾਵਾਂ ਲਈ ਕੋਈ ਤਰਜੀਹ ਨਹੀਂ ਰੱਖਦਾ। ਵਾਕਿਆ ਇਹ ਦੁਖਦਾਈ ਹਕੀਕਤ ਹੈ ਸਾਡੀਆਂ ਸਿਰਮੌਰ ਸੰਸਥਾਵਾਂ ਦੀ। ਅੱਜ ਸੰਨ 2021 ਚੱਲ ਰਿਹਾ ਹੈ, ਜਿਸ ਦਾ ਭਾਵ ਹੈ ਕਿ ਇਤਿਹਾਸਕਾਰ ਕਰਮ ਸਿੰਘ ਹੋਰਾਂ ਦੀ ਖੋਜ ਭਰਪੂਰ ਕਿਤਾਬ ਕੱਤਕ ਕੇ ਵਿਸਾਖ, ਜਿਸ ਵਿੱਚ ਉਹਨਾਂ ਬਾਦਲੀਲ ਅਤੇ ਬਾਕਮਾਲ ਤਰੀਕੇ ਨਾਲ ਸਿੱਧ ਕੀਤਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਵਿਸਾਖ 1469 ਦਾ ਹੈ। ਇਸ ਕਿਤਾਬ ਨੂੰ ਛਪਿਆਂ 91 ਸਾਲ ਗੁਜ਼ਰ ਚੁੱਕੇ ਹਨ। ਸੋ ਇਹ ਨਹੀਂ ਕਿ ਇਹ ਸੱਚਾਈ ਪਿਛਲੇ ਹਫ਼ਤੇ ਜਾਂ ਪਿਛਲੇ ਸਾਲ ਸਾਡੇ ਸਾਹਮਣੇ ਆਈ ਹੈ। ਤਕਰੀਬਨ 1 ਸਦੀ ਬੀਤ ਗਈ ਹੈ ਸਾਨੂੰ ਇਸ ਕੋਰੇ ਸੱਚ ਨੂੰ ਜਾਣਦਿਆਂ, ਪਰ ਇਹਨਾਂ 91 ਸਾਲਾਂ ਵਿੱਚ ਸਾਡੀਆਂ ਸੰਸਥਾਵਾਂ ਦੇ ਕੰਨਾਂ 'ਤੇ ਇੱਕ ਜੂੰ ਤੱਕ ਨਹੀਂ ਸਰਕੀ। ਇਤਿਹਾਸਕਾਰ ਮੈਕਾਲਿਫ ਨੇ ਇਹ ਜ਼ਾਹਰ ਕੀਤਾ ਹੈ ਕਿ ਸਿੱਖ ਜਗਤ ਨਿਰੰਕਾਰੀ ਗੁਰਪੁਰਬ 1816 ਤੱਕ ਵਿਸਾਖੀ ਵਾਲੇ ਦਿਨ ਹੀ ਮਨਾਉਂਦਾ ਆਇਆ ਹੈ, ਪਰ 1816 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਨਿਰਮਲਾ ਗਿਆਨੀ ਸੰਤ ਸਿੰਘ ਦੇ ਪ੍ਰਭਾਵ ਹੇਠ ਆ ਕੇ ਪਾਤਸ਼ਾਹ ਦੇ ਜਨਮ ਸਥਾਨ ਨਨਕਾਣਾ ਸਾਹਿਬ ਵਿੱਚ ਪਹਿਲੀ ਵਾਰ ਨਿਰੰਕਾਰੀ ਗੁਰਪੁਰਬ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ। ਇਸ ਦਾ ਮਕਸਦ ਇਹ ਹੋਇਆ ਕਿ ਅਸੀਂ 200 ਸਾਲਾਂ ਤੋਂ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਗਲਤ ਤਰੀਕ 'ਤੇ ਮਨਾਉਂਦੇ ਆ ਰਹੇ ਹਾਂ। ਇਹ ਪਿਆਰਿਓ 200 ਸਾਲ ਦੀ ਗਲਤੀ ਹੈ, ਕੋਈ 2000 ਸਾਲ ਦੀ ਗਲਤੀ ਨਹੀਂ। 200 ਸਾਲਾਂ ਦੀ ਗਲਤੀ ਦਰੁਸਤ ਕੀਤੀ ਜਾ ਸਕਦੀ ਹੈ, ਸੋਧੀ ਜਾ ਸਕਦੀ ਹੈ, ਬਸ਼ਰਤੇ ਕਿ ਸਾਡਾ ਇਰਾਦਾ ਹੋਵੇ। ਪਰ ਸਾਡੀਆਂ ਕੌਮੀ ਅਤੇ ਸਿਰਮੌਰ ਸੰਸਥਾਵਾਂ ਇਸ ਗੱਲ ਨਾਲ ਸਹਿਮਤ ਨਹੀਂ ਜਾਪਦੀਆਂ। ਹੁਣ ਸਵਾਲ ਇਹ ਹੈ ਕਿ ਗਲੋਬਲ ਸਿੱਖ ਕਾਉਂਸਲ ਨੂੰ ਇਹ ਮਸਲਾ ਆਪ ਜੀ ਦੇ ਧਿਆਨ ਗੋਚਰੇ ਭਾਵ ਆਮ ਸਿੱਖ ਜਗਤ ਦੇ ਸਾਹਮਣੇ ਕਿਉਂ ਲਿਆਂਦਾ ਜਾ ਰਿਹਾ ਹੈ? ਤਾਂ ਇਸ ਦਾ ਜਵਾਬ ਇਹੀ ਹੈ ਕਿ ਜਦੋਂ ਸਾਡੀਆਂ ਕੌਮੀ ਅਤੇ ਧਾਰਮਿਕ ਸੰਸਥਾਵਾਂ ਅਣਗਹਿਲੀ ਅਤੇ ਅਵੇਸਲਾਪੁਣ ਜ਼ਾਹਰ ਕਰਨ, ਤਾਂ ਫਿਰ ਸਾਡਾ ਆਮ ਸਿੱਖਾਂ ਦਾ ਫਰਜ਼ ਬਣ ਜਾਂਦਾ ਹੈ ਕਿ ਇਹਨਾਂ ਨੂੰ ਜਾਗਰਤਾ ਦਾ ਹਲੂਣਾ ਦਈਏ। ਵੈਸੇ ਵੀ ਸਾਨੂੰ ਮਾਣ ਹੈ ਕਿ ਗਲੋਬਲ ਸਿੱਖ ਕਾਉਂਸਲ ਅੰਤਰਰਾਸ਼ਟਰੀ ਸਿੱਖਾਂ ਦੀ ਆਵਾਜ਼ ਹੈ। ਮੁਖਤਸਰ ਸਵਾਲ ਇਹ ਹੈ ਕਿ ਮੈਂ ਸਿੱਖ ਜਗਤ ਦਾ ਇੱਕ ਵਿਅਕਤੀ ਹੋਣ ਦੇ ਨਾਤੇ ਇਸ ਬਾਰੇ ਕੀ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ? ਜਵਾਬ ਵਿੱਚ ਮੈਂ 3 ਬੇਨਤੀਆਂ ਆਪ ਜੀ ਦੇ ਸਾਹਮਣੇ ਪੇਸ਼ ਕਰਨੀਆਂ ਨੇ। ਪਹਿਲੀ ਬੇਨਤੀ ਇਹ ਕਿ ਆਪ ਜੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ
ਤਾਰੀਖ ਨੂੰ ਵਿਸਾਖ ਤੋਂ ਕੱਤਕ ਤੱਕ ਉਧਾਲਣ ਦੀ ਜੋ ਹਰਕਤ ਹੈ ਉਸ ਬਾਰੇ ਮੁਕੰਮਲ ਜਾਣਕਾਰੀ ਅਤੇ ਵੱਧ ਤੋਂ ਵੱਧ ਗਿਆਨ ਹਾਸਲ ਕਰੋ। ਦੂਜਾ, ਇਹ ਗਿਆਨ ਆਪ ਜੀ ਆਪਣੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਸਾਕ ਸੰਬੰਧੀਆਂ ਦੇ ਨਾਲ ਸਾਂਝਾ ਕਰੋ। ਤੀਜਾ, ਇਸ ਗਿਆਨ ਅਤੇ ਜਾਣਕਾਰੀ ਦੇ ਆਸਰੇ ਆਪ ਜੀ ਆਪਣੇ ਰੂਹਾਨੀ ਜੀਵਨ ਵਿੱਚ, ਆਪਣੇ ਫੈਸਲਿਆਂ ਵਿੱਚ ਅਤੇ ਆਪਣੇ ਕਾਰਜਾਂ ਵਿੱਚ ਲੋੜੀਂਦੀ ਤਬਦੀਲੀ ਅਤੇ ਬਦਲਾਅ ਲਿਆਓ। ਇਸ ਪ੍ਰਥਾਏ ਮੇਰੇ ਵੱਲੋਂ ਇੱਕ ਸੰਖੇਪ ਵੀਡੀਓ ਤਿਆਰ ਕੀਤੀ ਗਈ ਹੈ ਜਿਸ ਦਾ ਸਿਰਲੇਖ ਦੀ ਹਾਈਜੈਕਿੰਗ ਆਫ ਗੁਰੂ ਨਾਨਕਸ ਬਰਥ ਡੇਟ ਹੈ। ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ। ਵੀਡੀਓ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ। ਗਲੋਬਲ ਸਿੱਖ ਕਾਉਂਸਲ ਵੱਲੋਂ ਆਪ ਜੀ ਨੂੰ ਦੁਬਾਰਾ ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਵਧਾਈਆਂ।